तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ अवगुण ना विचारो कोई। माटी का क्या तोपै स्वामी, मानस की गत एही। जो हमरी विद होती मेरे सतगुरा, सा विद तुम हर जानो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जिन केरा, जित मिलै चुकै सब सोग संतापे। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਦੇਸ਼ ਵਿਦੇਸ਼ ਦੇ ਅੰਦਰ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ 400 ਸਾਲਾ ਆਗਮਨ ਗੁਰਪੁਰਬ ਦੇ ਸੰਬੰਧ ਦੇ ਅੰਦਰ आप संगत गुरु का इतिहास, गुरु के जीवन नू श्रवण कर रहे हो। पिछले दीवान दे विच आप जी ने श्रवण कीता सी कि जिस वेले सतगुरु महाराज बाबा मक्खन शाह लुबाना दे होके दे नाल प्रगट होए, गुरु की अजमत नू सब ने मानिया। सतगुरु महाराज जी दे उपर धीर मल जिहड़ा सी उन्ने गोली भी चलाई। मक्खन शाह लुबाने ने धीर मल ते शीहे मसंद नूं उन्हां दियां मुश्कां बन करके सतगुरु महाराज जी दे दरबार दे विच हाज़र भी कीता। पर धन गुरु तेग बहादुर महाराज जी ने बाबा मक्खन शाह लुबाने नूं उपदेश देना कीता कि सब तो वड्डा जिहड़ा धन है वो खिमा कर देना है। गुरु साहब जी दे हुक्म दे नाल शीहे मसंद ते धीर मल नूं रिहा कर दिता गया। पर धीर मल जिहड़ा सी वो अजे भी कुझियां ताकतां कुझियां चालां चलदा है, ते इंदियां कुझियां चालां नूं आपां सतगुरु महाराज जी के इतिहास के विचों देखण का यतन भी करांगे। आप संगत आसीस बख्शो। फतेह द्वारा सतगुरु महाराज जी के चरणों के विच हाज़री लगवाइए। अदब प्यार सत्कार दे नाल आसीस बख्शो। बुलाओ फतेह आखो जी। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਧੀਰ ਮੱਲ ਨੇ ਆਪਣੀ ਤਾਕਤ ਜਾਂ ਆਪਣੀ ਦਾਅਵੇਦਾਰੀ ਜਿਹੜੀ ਹੈ ਬਣਾਉਣ ਦੇ ਵਾਸਤੇ ਮਸੰਦਾਂ ਨੂੰ ਰੇਸ਼ਮੀ ਜਿਹੜੇ ਸਨ ਜ਼ਰੀਦਾਰ ਸਰੋਪੇ ਭੇਜਣਾ ਕੀਤੇ। ਇੱਕ ਘਟਨਾ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਲਿਖੀ ਕਿ ਕਾਬਲ ਦੀ ਸੰਗਤ ਨੂੰ ਧੀਰ ਮੱਲ ਨੇ ਜਿਹੜਾ ਸੀ ਬੜੇ ਕੀਮਤੀ ਜਿਹੜੇ ਸਰੋਪੇ ਭੇਜੇ, ਜਿਨ੍ਹਾਂ ਦੇ ਵਿੱਚ ਮੁੱਖ ਸਨ ਭਾਈ ਗੋਂਦਾ ਜੀ, ਭਾਈ ਜੇਠਾ ਜੀ। ਉਧਰੋਂ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਬਿਲਕੁਲ ਸਧਾਰਨ ਸਰੋਪੇ ਜਿਹੜੇ ਸਨ ਉਹਨਾਂ ਨੇ ਵੀ ਮਸੰਦਾਂ ਨੂੰ ਭੇਜਣਾ ਕੀਤੇ। ਹੁਣ ਸਿੱਖ ਜਿਹੜੇ ਸਨ ਉਹ ਦੁਬਿਧਾ ਦੇ ਵਿੱਚ ਸਨ, ਮਸੰਦ ਦੁਬਿਧਾ ਦੇ ਵਿੱਚ ਪਏ ਕਿ ਦੋ ਦਾਅਵੇਦਾਰੀਆਂ ਸਾਡੇ ਕੋਲ ਆ ਗਈਆਂ। ਇੱਕ ਤਾਂ ਸਧਾਰਨ ਸਰੋਪੇ ਦੇ ਰੂਪ ਦੇ ਵਿੱਚ ਆਏ, ਇੱਕ ਬੜੇ ਕੀਮਤੀ ਸਰੋਪਾ ਸਾਨੂੰ ਭੇਜਿਆ ਗਿਆ। ਹੁਣ ਅਸਲ ਗੁਰੂ ਕਿਹੜਾ ਹੈ ਜਿਨ੍ਹਾਂ ਨੂੰ ਮਾਨ ਸਨਮਾਨ ਦੇਣਾ ਹੈ, ਤੇ ਜਿਹੜਾ ਪਖੰਡ ਕਰ ਰਿਹਾ ਹੈ ਉਹਦਾ ਕਿਵੇਂ ਪਤਾ ਚੱਲੇ। ਕਹਿੰਦੇ ਉੱਥੇ ਭਾਈ ਜੇਠਾ ਜੀ ਨੇ ਕਿਹਾ ਕਿ ਗੁਰੂ ਕੀ ਦਾਤ ਹਮੇਸ਼ਾ ਭਾਰੀ ਹੁੰਦੀ ਹੈ, ਤੇ ਸਤਿਗੁਰੂ ਮਹਾਰਾਜ ਜਿਹੜੀ ਉਹਨਾਂ ਨੇ ਦਾਤ ਭੇਜੀ ਹੈ ਸਰੋਪੇ ਦੇ ਰੂਪ ਦੇ ਵਿੱਚ, ਉਹ ਦਾਤ ਵੀ ਭਾਰੀ ਹੈ। ਆਪ ਇਸ ਤਰ੍ਹਾਂ ਕਰੋ ਕਿ ਤਕੜੀ ਦੇ ਵਿੱਚ ਜਿਹੜਾ ਹੈ ਦੋਨੋਂ ਪਲੜਿਆਂ ਦੇ ਵਿੱਚ ਇਹ ਸਰੋਪੇ ਰੱਖੋ। ਜਿਹੜਾ ਪਲੜਾ ਭਾਰੀ ਹੋਏਗਾ ਉਹ ਨੀਵਾਂ ਹੋ ਜਾਏਗਾ, ਤੇ ਨੀਵੇਂ ਨੂੰ ਹੀ ਸਤਿਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਭਾਗ ਲੱਗਦੇ ਨੇ, ਤੇ ਜਿੰਦਾ ਅੰਦਰ ਥੋਥਾ ਹੈ ਉਹਦਾ ਪਲੜਾ ਹੌਲਾ ਤੇ ਉਹ ਉੱਪਰ ਉੱਠ ਜਾਏਗਾ। ਭਾਈ ਜੇਠੇ ਨੇ ਉਹ ਤਕੜੀ ਦੇ ਪੱਲਿਆਂ ਦੇ ਵਿੱਚ ਜਿਹੜਾ ਸੀ ਇੱਕ ਪਾਸੇ ਗੁਰੂ ਤੇਗ ਬਹਾਦਰ ਦਾ ਭੇਜਿਆ ਹੋਇਆ ਸਰੋਪਾ ਜਿਹੜਾ ਸੀ ਉਹ ਰੱਖਿਆ, ਤੇ ਦੂਸਰੇ ਪਾਸੇ ਧੀਰ ਮੱਲ ਨੇ ਜਿਹੜਾ ਬੜਾ ਕੀਮਤੀ ਸਰੋਪਾ ਭੇਜਿਆ ਉਹ ਰੱਖ ਕੇ ਜਦੋਂ ਤਕੜੀ ਨੂੰ ਤਾਂ ਚੁੱਕਿਆ, ਤੇ ਜਿਹੜਾ ਗੁਰੂ ਘਰ ਦਾ ਸਰੋਪਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਭੇਜਿਆ, ਉਹ ਪੱਲੜਾ ਭਾਰੀ ਸੀ, ਨੀਵਾਂ ਹੋ ਗਿਆ, ਤੇ ਜਿਹੜਾ ਧੀਰ ਮੱਲ ਵਾਲਾ ਪੱਲੜਾ ਸੀ ਉਹ ਸਰੋਪੇ ਵਾਲਾ ਉਹ ਉੱਤੇ ਉੱਠ ਗਿਆ। ਯਕੀਨ ਸਿੱਖਾਂ ਨੇ ਕੀਤਾ ਕਿ ਨਹੀਂ, ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰੂ ਤੇਗ ਬਹਾਦਰ ਦੇ ਅੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਵੀ ਸਿੱਖਾਂ ਨੂੰ ਭੇਜਿਆ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ 'ਤੇ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਸਾਨੂੰ ਕੁਝ ਦਿਨ ਦੱਸ ਦਿਓ, ਕੋਈ ਐਸਾ ਦਿਹਾੜਾ ਦੱਸ ਦਿਓ ਜਿੱਥੇ ਸੰਗਤ ਬਿਨਾਂ ਸਿਨੇ ਭੇਜਣ ਤੋਂ ਹੀ ਸੰਗਤ ਨੂੰ ਬੁਲਾਇਆ ਜਾ ਸਕੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਬੌਲੀ ਦਾ ਕੜ ਟੁੱਟਿਆ, ਬੌਲੀ ਸਾਹਿਬ ਜੀ ਦੀ ਰਚਨਾ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਕਰਾਈ ਸੀ ਨਾ, ਤੇ ਬੌਲੀ ਦਾ ਕੜ ਜਿਹੜਾ ਸੀ ਉਹ ਵਿਸਾਖੀ ਵਾਲੇ ਦਿਨ ਟੁੱਟਿਆ ਸੀ। ਤੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਪਾਰੋ ਜੀ ਦੇ ਕਹਿਣ ਦੇ ਉੱਪਰ ਸਿੱਖੀ ਦੇ ਵਿੱਚ 2 ਦਿਨ ਬੰਨ੍ਹ ਦਿੱਤੇ, ਇੱਕ ਤਾਂ ਵਿਸਾਖੀ ਦਾ ਸੀ ਤੇ ਦੂਸਰਾ ਦੀਵਾਲੀ ਦਾ। ਤੇ ਸਿੱਖਾਂ ਨੂੰ ਐਸਾ ਹੁਕਮ ਕਰ ਦਿੱਤਾ ਸੀ ਕਿ ਸਿੱਖ ਕਿਤੇ ਵੀ ਹੋਵਣ ਜਾਂ ਗੁਰੂ ਜੋਤ ਕਿਸੇ ਵੀ ਸਰੀਰ ਦੇ ਵਿੱਚ ਬਿਰਾਜਦੀ ਹੋਵੇ, ਗੁਰੂ ਅਮਰਦਾਸ ਮਹਾਰਾਜ ਜੀ ਤੋਂ ਲੈ ਕਰਕੇ ਤੇ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਗੁਰਤਾ ਤੇ ਨੇ, ਤੇ ਦੀਵਾਲੀ ਤੇ ਵਿਸਾਖੀ ਦੇ ਜਿਹੜੇ ਦਿਹਾੜੇ ਨੇ ਇਹ ਉੱਥੇ ਹੀ ਮਨਾਏ ਜਾਣ ਜਿੱਥੇ ਗੁਰੂ ਜੋਤ ਟਿੱਕੀ ਹੋਵੇ। ਤੇ ਕਿਉਂਕਿ ਸਿੱਖ ਸੰਗਤ ਨੂੰ ਜਦੋਂ ਗੁਰੂ ਸਾਹਿਬ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੇ ਅੰਦਰ ਜੋਤੀ ਜੋਤ ਸਮਾਏ ਮਾਰਚ ਦੇ ਅੰਦਰ 1664, ਤੇ 4.5 ਮਹੀਨੇ ਹੋ ਚੁੱਕੇ ਸੀ ਸਤਿਗੁਰੂ ਮਹਾਰਾਜ ਜਦੋਂ ਬਾਅਦ ਵਿੱਚ ਪ੍ਰਗਟ ਹੁੰਦੇ ਨੇ। ਸਿੱਖ ਸੰਗਤ ਨੂੰ ਇਹ ਤਾਂ ਪਤਾ ਸੀ, ਭਾਵੇਂ ਇਹ ਨਹੀਂ ਸੀ ਪਤਾ ਕਿ ਜੋਤ ਗੁਰੂ ਤੇਗ ਬਹਾਦਰ ਵਿੱਚ ਆ ਕੇ ਟਿਕੀ ਹੈ, ਪਰ ਇੰਨਾ ਜ਼ਰੂਰ ਸਾਰਿਆਂ ਨੂੰ ਪਤਾ ਸੀ ਕਿ ਜੋਤ ਬਾਬੇ ਬਕਾਲੇ ਦੇ ਵਿੱਚ ਹੀ ਹੈ। ਉਹ ਬਕਾਲੇ ਦੇ ਵਿੱਚ ਹੀ ਹਨ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਨੇ ਨਿਵਾਸ ਕੀਤਾ ਹੈ। ਸੰਗਤ ਨੂੰ ਸਤਿਗੁਰੂ ਮਹਾਰਾਜ ਨੇ ਸਿਨੇ ਭੇਜੇ। ਉੱਥੇ ਦੀਵਾਲੀ ਦਾ ਜਿਹੜਾ ਤਿਉਹਾਰ ਸੀ ਉਹ ਬਾਬੇ ਬਕਾਲੇ ਦੀ ਧਰਤੀ 'ਤੇ ਮਨਾਇਆ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਤਾਂ ਦੇਖਿਆ ਕਿ ਇੱਥੇ ਕੋਲ ਜਿਹੜਾ ਧੀਰ ਮੱਲ ਹੈ, ਕਰਤਾਰਪੁਰ ਕੋਲ ਹੀ ਨਗਰ ਹੈ, ਤੇ ਉਹਦੀ ਈਰਖਾ ਹਮੇਸ਼ਾ ਬਣੀ ਰਹੇਗੀ। ਤੇ ਸਤਿਗੁਰੂ ਮਹਾਰਾਜ ਚਾਹੁੰਦੇ ਵੀ ਸੀ ਕਿ ਹੁਣ ਜੋਤ ਪ੍ਰਗਟ ਹੋਈ, ਸਿੱਖ ਸੰਗਤ ਚਾਹੁੰਦੀ ਹੈ ਕਿ ਵਿਚਰਿਆ ਜਾਵੇ ਤੇ ਸੰਗਤਾਂ ਦਾ ਉਧਾਰ ਕੀਤਾ ਜਾਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਵਿੱਚ ਦੂਸਰੇ ਗੁਰੂ ਸਰੀਰ ਨੇ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੇ ਸਭ ਤੋਂ ਵੱਡੇ ਪ੍ਰਚਾਰਕ ਦੌਰੇ ਕੀਤੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ 4 ਉਦਾਸੀਆਂ ਅਸੀਂ ਜਾਣਦੇ ਹਾਂ ਕਿ ਮਹਾਰਾਜ ਨੇ ਹਰ ਇੱਕ ਧਾਰਮਿਕ ਅਸਥਾਨ ਤੱਕ ਪਹੁੰਚੇ, ਹਰ ਇੱਕ ਭੁੱਲੇ ਭਟਕੇ ਨੂੰ, ਕੁਰਾਹੇ ਪਏ ਨੂੰ ਰਾਹੇ ਪਾਉਣ ਦਾ ਯਤਨ ਕੀਤਾ।
ਧਰਮ ਤੋਂ ਡਿੱਗੇ ਹੋਏ ਨੂੰ ਉਠਾਲ ਕਰਕੇ ਧਰਮ ਦੇ ਮਾਰਗ ਤੇ ਤੋਰਿਆ। ਭਾਵੇਂ ਉਹ ਸੱਜਣ ਠੱਗ ਸੀ, ਭਾਵੇਂ ਭੂਮੀਆਂ ਚੋਰ ਸੀ, ਕੋਈ ਵੀ ਐਸਾ ਆਇਆ ਜਿੰਦਾ ਜੀਵਨ ਬਿਲਕੁਲ ਨਿਵਾਨ ਵਾਲੇ ਪਾਸੇ ਜਾ ਚੁੱਕਿਆ ਸੀ, ਮਹਾਰਾਜ ਨੇ ਉਹਨਾਂ ਨੂੰ ਰਸਤੇ ਤੇ ਤੋਰਨ ਦਾ ਯਤਨ ਕੀਤਾ। ਸਿੱਧ ਜਿਹੜੇ ਸੀ ਉਹ ਪਰਬਤਾਂ ਦੇ ਵਿੱਚ ਛੁਪ ਬੈਠੇ ਸਨ ਔਰ ਉਹਨਾਂ ਨੇ ਕੇਵਲ ਆਪਣੇ ਆਪ ਨੂੰ ਦੁਨੀਆ ਤੋਂ ਵੱਖ ਕਰਕੇ ਸਮਝ ਲਿਆ ਕਿ ਸ਼ਾਇਦ ਇਹੀ ਧਰਮ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਜਾ ਕੇ ਦੱਸਣਾ ਕੀਤਾ ਕਿ ਨਹੀਂ, ਧਰਮ ਕੱਲਾ ਪਹਾੜਾਂ ਤੇ ਬੈਠ ਕੇ ਨਹੀਂ ਕਮਾਇਆ ਜਾ ਸਕਦਾ, ਸਗਲ ਧਰਮ ਹੈ ਗ੍ਰਸਤ ਪ੍ਰਧਾਨ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਕਿ ਸਾਰਿਆਂ ਤੋਂ ਵੱਡਾ ਧਰਮ ਮਹਾਰਾਜ ਕਹਿੰਦੇ ਨੇ ਗ੍ਰਸਤ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਜ਼ਿਆਦਾ ਦੌਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੇ ਤੇ ਉਸ ਤੋਂ ਬਾਅਦ ਵਿੱਚ ਸਭ ਤੋਂ ਵੱਡਾ ਪ੍ਰਚਾਰਕ ਦੌਰਾ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਸਤਿਗੁਰਾਂ ਨੇ ਕੀਤਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਫਿਰ ਬਕਾਲੇ ਦੀ ਧਰਤੀ ਤੋਂ ਨੇੜੇ ਨਗਰ ਹੈ ਸਠਿਆਲਾ, ਉੱਥੇ ਜਾਂਦੇ ਆ। ਉੱਥੋਂ ਸਤਿਗੁਰ ਮਹਾਰਾਜ ਰਈਏ ਜਾਂਦੇ ਨੇ ਤੇ ਰਈਏ ਤੋਂ ਸਤਿਗੁਰ ਮਹਾਰਾਜ ਕਾਲੇਕੇ ਪੁੱਜਦੇ ਨੇ ਤੇ ਇੱਥੇ ਕਾਲੇਕੇ ਦੇ ਪਿੰਡ ਦੇ ਅੰਦਰ ਹੀ ਸਤਿਗੁਰ ਮਹਾਰਾਜ ਨੇ ਇੱਕ ਬਾਲਕ ਨੂੰ ਦੇਖਿਆ ਜਿੰਦਾ ਨਾਮ ਸੀ ਨਾਰੂ। ਇਸ ਨਾਰੂ ਨਾਮ ਦੇ ਬਾਲਕ ਨੂੰ ਦੇਖਦੇ ਪਏ ਸੀ ਕਿ ਮਹਾਰਾਜ ਨੇ ਦੇਖਿਆ ਇਹ ਖੇਤਾਂ ਦੇ ਵਿੱਚ ਰਾਖੀ ਕਰਦਾ ਪਿਆ, ਪੰਛੀਆਂ ਨੂੰ ਉਡਾਉਂਦਾ ਪਿਆ ਹੈ। ਜਦੋਂ ਮਹਾਰਾਜ ਕੋਲ ਗਏ ਤੇ ਸਤਿਗੁਰ ਮਹਾਰਾਜ ਜੀ ਨੇ ਦੇਖਿਆ ਕਿ ਉਹ ਉਸੇ ਫਸਲ ਦੇ ਦਾਣੇ ਕੱਢ ਕੇ ਤੇ ਪੰਛੀਆਂ ਨੂੰ ਪਾਈ ਜਾਵੇ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ, ਪੁੱਤਰ ਨਾਰੂ, ਇੱਕ ਪਾਸੇ ਤੂੰ ਪੰਛੀਆਂ ਨੂੰ ਫਸਲ ਤੋਂ ਉਡਾਉਂਦਾ ਪਿਆ ਹੈ, ਰਾਖੀ ਕਰਦਾ ਪਿਆ ਹੈ, ਤੇ ਦੂਸਰੇ ਪਾਸੇ ਤੂੰ ਇਹਨਾਂ ਨੂੰ ਚੋਗਾ ਪਾਈ ਜਾ ਰਿਹਾ ਹੈ, ਦਾਣੇ ਪਾਉਂਦਾ ਹੈ, ਇਹਦਾ ਕਾਰਨ ਕੀ ਹੈ? ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮਹਾਰਾਜ, ਇਹਨਾਂ ਜੀਵਾਂ ਨੂੰ, ਇਹਨਾਂ ਬੇਜਾਨਾਂ ਨੂੰ ਵੀ ਤੇ ਭੁੱਖ ਤੇ ਲੱਗਦੀ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਮੈਂ ਇਸ ਕਰਕੇ ਇਹਨਾਂ ਨੂੰ ਦਾਣਾ ਚੋਗਾ ਪਾਉਂਦਾ ਹਾਂ। ਸਤਿਗੁਰ ਮਹਾਰਾਜ ਜੀ ਦੇ ਨਾਲ ਹੀ ਫਿਰ ਇਹ ਬਾਰਕ ਜਿਹੜਾ ਸੀ ਇਹ ਰਿਹਾ। ਸਤਿਗੁਰ ਮਹਾਰਾਜ ਜੀ ਦੇ ਨਾਲ ਹੀ ਅਨੰਦਪੁਰ ਸਾਹਿਬ ਵੀ ਗਿਆ। ਇਹ ਹੀ ਬਾਰਕ ਸੀ ਜਿਹੜਾ ਇਤਿਹਾਸਕਾਰ ਕਹਿੰਦੇ ਨੇ ਕਿ ਦਿੱਲੀ ਤੱਕ ਸਤਿਗੁਰ ਮਹਾਰਾਜ ਜੀ ਦੇ ਨਾਲ ਗਿਆ ਜਦੋਂ ਸ਼ਹਾਦਤ ਦੇ ਸਮੇਂ ਤੇ। ਫਿਰ ਸਤਿਗੁਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਜਿਸ ਵੇਲੇ ਸਤਿਗੁਰ ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕੀਤਾ, ਇਹ ਬਾਰਕ ਨਾਰੂ ਨੇ ਅੰਮ੍ਰਿਤ ਛਕਿਆ ਤੇ ਨਾਹਰ ਸਿੰਘ ਬਣਿਆ। ਤੇ ਇਸ ਨਾਹਰ ਸਿੰਘ ਨੇ ਸਤਿਗੁਰ ਮਹਾਰਾਜ ਜੀ ਦੇ ਪਰਿਵਾਰ ਦੀ ਰਾਖੀ ਕਰਦਿਆਂ ਜ਼ਖਮੀ ਵੀ ਹੋਇਆ। ਫਿਰ ਤਲਵੰਡੀ ਸਾਬੋ ਵੀ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਿਆ। ਫਿਰ ਸਤਿਗੁਰ ਮਹਾਰਾਜ ਜੀ ਦੇ ਨਾਲ ਇਹਨੇ ਅਗਲੇਰੇ ਸਫਲ 'ਤੇ ਵੀ ਗਿਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਫਿਰ ਇੱਥੋਂ ਕਾਲੇਕਿਆਂ ਤੋਂ ਚੱਲਦਿਆਂ ਹੋਇਆਂ ਨਵੰਬਰ ਦੇ ਮਹੀਨੇ ਮਹਾਰਾਜ 1664 ਨੂੰ ਅੰਮ੍ਰਿਤਸਰ ਦੀ ਧਰਤੀ 'ਤੇ ਪੁੱਜੇ। ਅੰਮ੍ਰਿਤਸਰ ਦੇ ਅੰਦਰ ਜਿਹੜੇ ਪਿਰਥੀ ਚੰਦ ਦਾ ਪਰਿਵਾਰ ਹੈ ਉਹਨਾਂ ਦਾ ਕਬਜ਼ਾ ਸੀ ਇਸ ਅਸਥਾਨ ਦੇ ਉੱਪਰ। ਪਿਰਥੀ ਚੰਦ ਦਾ ਪੁੱਤਰ ਹੈ ਮਿਹਰਵਾਨ ਤੇ ਮਿਹਰਵਾਨ ਦਾ ਅੱਗੇ ਪੁੱਤਰ ਹੈ ਹਾਰਜੀ। ਹਾਰਜੀ ਮੀਨਾ ਕਰਕੇ ਇਹਨੂੰ ਅਸੀਂ ਯਾਦ ਕਰਦੇ ਹਾਂ, ਇਹਨਾਂ ਦਾ ਨਾਮ ਲੈਂਦੇ ਹਾਂ, ਕਿਉਂਕਿ ਮਹਾਰਾਜ ਨੇ ਜਾਂ ਅੰਮ੍ਰਿਤ ਜਦੋਂ ਅਸੀਂ ਛਕਦੇ ਹਾਂ ਤੇ ਮਰਿਆਦਾ ਸਾਨੂੰ ਦੱਸੀ ਜਾਂਦੀ ਹੈ ਕਿ ਮੀਨਿਆਂ ਦੇ ਨਾਲ, ਮਸੰਦਾਂ ਦੇ ਨਾਲ, ਧੀਰ ਮੱਲੀਆਂ, ਰਾਮ ਰਾਈਆਂ ਦੇ ਨਾਲ ਸਿੱਖ ਦਾ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ, ਰੋਟੀ ਬੇਟੀ ਦੀ ਸਾਂਝ ਨਹੀਂ ਹੋਣੀ ਚਾਹੀਦੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਪੁੱਜੇ ਤੇ ਹਾਰਜੀ ਜਿਹੜਾ ਮੀਨਾ ਸੀ ਇਹ ਕੀ ਕਰਦਾ ਸੀ ਕਿ ਇਹਨੇ ਆਪਣੇ ਨਾਮ ਤੇ ਬਾਣੀ ਰਚਣੀ ਸ਼ੁਰੂ ਕੀਤੀ ਤੇ ਕੁਝ ਰਬਾਬੀ ਜਿਹੜੇ ਇਹਨੇ ਰੱਖੇ ਹੋਏ ਸਨ ਹਰਿਮੰਦਰ ਸਾਹਿਬ ਦੇ ਅੰਦਰ, ਉਹਨਾਂ ਰਬਾਬੀਆਂ ਤੋਂ ਆਪਣੀ ਬਾਣੀ ਦਾ ਕੀਰਤਨ ਕਰਵਾਉਂਦਾ ਸੀ। ਸਿੱਖ ਜਿਹੜੇ ਸਨ ਉਹ ਬਹੁਤ ਦੁਖੀ ਸਨ ਇਹਦੇ ਤੋਂ ਤੇ ਇਹ ਆਪਣੀ ਮਨ ਮਰਜ਼ੀਆਂ ਕਰਦਾ ਸੀ। ਇਹਨੇ ਕੁਝ ਮਸੰਦ ਵੀ ਆਪਣੇ ਰੱਖੇ ਹੋਏ ਸਨ ਜਿਹੜੇ ਲੋਕਾਂ ਤੋਂ ਕਾਰ ਭੇਟਾ ਇਕੱਠੀ ਕਰਦੇ। ਜਿਸ ਵੇਲੇ ਇਹਨਾਂ ਮਸੰਦਾਂ ਨੂੰ ਪਤਾ ਲੱਗਾ, ਹਾਰਜੀ ਮੀਨੇ ਨੂੰ ਪਤਾ ਲੱਗਿਆ, ਇਹਨਾਂ ਨੇ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਜਿਹੜੀ ਹੈ ਉਹਦੇ ਦਰਵਾਜ਼ੇ ਜਿਹੜੇ ਸੀ ਬੰਦ ਕਰਵਾ ਦਿੱਤੇ। ਸਤਿਗੁਰ ਮਹਾਰਾਜ ਜੀ ਦੇ ਨਾਲ ਬਹੁਤ ਸਾਰੀ ਸੰਗਤ ਸੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਫਿਰ ਕੋਲ ਹੀ ਅਕਾਲ ਤਖਤ ਸਾਹਿਬ ਜੀ ਦੇ ਸੱਜੇ ਪਾਸੇ ਗੁਰਦੁਆਰਾ ਥੜਾ ਸਾਹਿਬ ਜਿੱਥੇ ਸੁਭਾਏਮਾਨ ਹੈ, ਮਹਾਰਾਜ ਜੀ ਇਸ ਅਕਾਲ ਤਖਤ ਸਾਹਿਬ ਦੇ ਬਰਾਬਰ ਇਸ ਥੜੇ ਦੇ ਉੱਤੇ ਜਾ ਕੇ ਬਿਰਾਜੇ ਤੇ ਇੱਥੇ ਹੀ ਮਹਾਰਾਜ ਨੇ ਦੀਵਾਨ ਲਗਾਇਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਥੇ ਹੀ ਸੰਗਤ ਦੇ ਨਾਲ ਜਿਹੜਾ ਸੀ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਾ ਤੇ ਮਹਾਰਾਜ ਇੱਥੋਂ ਫਿਰ ਅੰਮ੍ਰਿਤਸਰ ਤੋਂ ਚੱਲਦਿਆਂ ਹੋਇਆਂ ਹਰਿਮੰਦਰ ਸਾਹਿਬ ਤੋਂ ਮਹਾਰਾਜ ਚੱਲੇ। ਹਾਰਜੀ ਮੀਨਾ ਜਿਹੜਾ ਸੀ ਉਹਨੇ ਦੂਰੀ ਸਿਆਸਤ ਵੀ ਖੇਡੀ। ਇੱਕ ਪਾਸੇ ਮਸੰਦਾਂ ਤੋਂ ਦਰਵਾਜ਼ੇ ਬੰਦ ਕਰਾਏ
ਤੇ ਦੂਸਰੇ ਪਾਸੇ ਚਾਬੀਆਂ ਲੈ ਕੇ ਕਹਿੰਦਾ ਮਹਾਰਾਜ ਇਹ ਮਸੰਦ ਕਿਸੇ ਦੇ ਕਹਿਣੇ ਤੇ ਨਹੀਂ ਚੱਲਦੇ, ਮਹਾਰਾਜ ਆਹ ਚਾਬੀਆਂ ਤੁਸੀਂ ਲਓ ਤੇ ਤੁਸੀਂ ਦਰਵਾਜ਼ੇ ਖੋਲ ਕੇ ਜਾ ਸਕਦੇ ਹੋ। ਪਰ ਮਹਾਰਾਜ ਫਿਰ ਹਰਮੰਦਰ ਸਾਹਿਬ ਨਹੀਂ ਜਾਂਦੇ। ਸਤਿਗੁਰ ਮਹਾਰਾਜ ਇੱਥੋਂ ਫਿਰ ਪਿੰਡ ਵੱਲੇ 'ਚ ਚਲੇ ਜਾਂਦੇ ਹਨ। ਵੱਲੇ ਪਿੰਡ ਤੋਂ ਰਸਤੇ ਵਿੱਚ ਵੀ ਇੱਕ ਪੜਾਅ ਸਤਿਗੁਰ ਮਹਾਰਾਜ ਨੇ ਕੀਤਾ, ਉੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ। ਉਸ ਤੋਂ ਬਾਅਦ ਵਿੱਚ ਸਤਿਗੁਰ ਮਹਾਰਾਜ ਵੱਲੇ ਜਾਂਦੇ ਨੇ ਤੇ ਜਿੱਥੇ ਅੱਜ ਅਸਥਾਨ ਹੈ ਗੁਰਦੁਆਰਾ ਕੋਠਾ ਸਾਹਿਬ, ਇਹ ਘਰ ਹੈ ਮਾਤਾ ਮਾਈ ਹਰਹਾਂ ਦਾ। ਇਸ ਘਰ ਦੇ ਵਿੱਚ ਸਤਿਗੁਰ ਮਹਾਰਾਜ ਜੀ ਨੇ ਜਾ ਕੇ ਜਿਹੜਾ ਸੀ ਇਹ ਟਿਕਾਣਾ ਕੀਤਾ। 3 ਦਿਨ ਸਤਿਗੁਰ ਮਹਾਰਾਜ ਵੱਲੇ ਦੇ ਵਿੱਚ ਰਹੇ। ਮਾਈਆਂ ਨੂੰ ਜਿਸ ਵੇਲੇ ਪਤਾ ਲੱਗਿਆ, ਮਾਈਆਂ ਨੇ ਆ ਕਰਕੇ ਸਤਿਗੁਰ ਮਹਾਰਾਜ ਜੀ ਦੇ ਚਰਨ ਪਰਸੇ, ਦਰਸ਼ਨ ਕੀਤੇ। ਬਹੁਤ ਸਾਰੀ ਸੇਵਾ ਜਿਹੜਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਰਨਾ ਕੀਤੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਤੇ ਕੁਝ ਸੰਗਤ ਜਿਹੜੀ ਸੀ ਉਹਨਾਂ ਨੇ ਅੰਦਰ ਹਰਮੰਦਰ 'ਚ ਜਾ ਕੇ ਦਰਸ਼ਨ ਕੀਤੇ। ਤੇ ਜਿਨ੍ਹਾਂ ਨੇ ਬੂਹੇ ਬੰਦ ਕੀਤੇ ਸੀ, ਬਾਬਾ ਮੱਖਣ ਸ਼ਾਹ ਜੀ ਨੇ ਉਹਨਾਂ ਨੂੰ ਲਾਨਤਾਂ ਵੀ ਪਾਈਆਂ ਕਿ ਸੱਚੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤ ਜਿਨ੍ਹਾਂ ਦੇ ਅੰਦਰ ਟਿੱਕੀ ਹੈ, ਉਹ ਸਾਖਸ਼ਾਤ ਰੂਪ ਦੇ ਵਿੱਚ ਚੱਲ ਕੇ ਆਏ ਨੇ ਤੇ ਤੁਸੀਂ ਬੂਹੇ ਬੰਦ ਕਰਕੇ ਆਪਣੇ ਕਰਮਾਂ ਨੂੰ ਜਿਹੜੀ ਸੀ ਉਹ ਸੱਟ ਮਾਰ ਲਈ। ਇਹ ਇਵੇਂ ਕੀਤਾ ਜਿਵੇਂ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਤੁਸੀਂ ਆਪਣੇ ਪੈਰਾਂ ਦੇ ਉੱਤੇ ਆਪ ਕੁਹਾੜਾ ਮਾਰਿਆ ਹੈ। ਪਛਤਾਵਾ ਕਰਦਿਆਂ ਹੋਇਆਂ ਇਹ ਮਸੰਦ ਜਿਹੜੇ ਸੀ ਇਹ ਵੀ ਫਿਰ ਵੱਲੇ ਪਹੁੰਚੇ ਤੇ ਸਤਿਗੁਰ ਮਹਾਰਾਜ ਜੀ ਨੇ ਫਿਰ ਬਚਨ ਕਹੇ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਇੱਕ ਆਮ ਜਿਹੜੀ ਗੱਲ ਜਿਹੜੀ ਸੀ ਪ੍ਰਚਲਿਤ ਹੋ ਗਈ, ਅੰਮ੍ਰਿਤ ਸਰੀਏ ਅੰਦਰ ਸੜੀਏ। ਇਹ ਬਿਲਕੁਲ ਨਿਰਮੂਲ ਸੀ। ਅਸਲ ਜਿਹੜਾ ਉਸ ਵੇਲੇ ਗੱਲ ਆਖੀ ਗਈ ਸੀ ਕਿ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤੁਸੀਂ ਅਸਲੀ ਅੰਮ੍ਰਿਤਸਰ ਦੇ ਮਸੰਦ ਨਹੀਂ ਹੋ। ਤੁਹਾਡੇ ਅੰਦਰ ਕੇਵਲ ਤ੍ਰਿਸ਼ਨਾ ਦੇ ਭਾਂਬੜ ਬਲਦੇ ਪਏ ਨੇ, ਤੁਸੀਂ ਅੰਦਰੋਂ ਸੜ ਚੁੱਕੇ ਹੋ। ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੁਹਾਡਾ ਅੰਦਰ ਜਿਹੜਾ ਹੈ ਉਹ ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਪਿਆ ਹੈ। ਤੁਸੀਂ ਇਕੱਲੇ ਮਸੰਦ ਨਹੀਂ। ਮਸੰਦ ਦਾ ਜੀਵਨ ਤੇ ਸਤਿਗੁਰੂ ਮਹਾਰਾਜ ਨੇ ਬੜਾ ਉੱਚਾ ਤੇ ਸੁੱਚਾ ਦੱਸਿਆ। ਭਾਈ ਗੋਂਦੇ ਦਾ ਜੀਵਨ ਪੜ੍ਹ ਕੇ ਦੇਖੋ, ਭਾਈ ਦਾਸਾ ਜੀ ਦਾ ਜੀਵਨ ਪੜ੍ਹ ਕੇ ਦੇਖੋ। ਇਸ ਤਰ੍ਹਾਂ ਕਈ ਐਸੇ ਮਸੰਦ ਸੀ ਜਿਨ੍ਹਾਂ ਦਾ ਸਮੁੱਚਾ ਜੀਵਨ, ਚਾਚੇ ਫੱਗੂ ਦਾ ਜੀਵਨ ਪੜ੍ਹ ਕੇ ਦੇਖੋ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਕੀ ਕਾਰ ਨੂੰ ਇਕੱਠਿਆਂ ਕੀਤਾ। ਮਹਾਰਾਜ ਕਹਿੰਦੇ ਸੀ ਇਹ ਗੁਰੂ ਕੀ ਕਾਰ ਜਿਹੜੀ ਹੈ ਸੰਗਤ ਦਾ ਦਿੱਤਾ ਦਸਵੰਧ ਹੈ। ਇਹਨੂੰ ਮਹਾਰਾਜ ਕਹਿੰਦੇ ਨੇ ਜੇਕਰ ਬੰਦਗੀ ਤੋਂ ਬਗੈਰ ਇਹਨੂੰ ਖਾਧਾ ਜਾਏਗਾ ਤੇ ਇਹ ਜੀਵਨ ਦੇ ਵਿੱਚ ਕੋੜ ਤੇ ਰੋਗ ਪੈਦਾ ਕਰੇਗਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਕਿ ਸੰਗਤ ਦਾ ਧਨ ਜਿਹੜਾ ਹੈ ਇਹ ਸੰਗਤ ਦੀ ਕਮਾਈ ਦੇ ਵਿੱਚੋਂ ਆਇਆ ਹੈ। 1-1 ਰੁਪਈਏ 1-1 ਪੈਸੇ ਦੇ ਪਿੱਛੇ ਸੰਗਤ ਦੀਆਂ ਅਨੇਕਾਂ ਇੱਛਾ ਅਰਦਾਸਾਂ ਹੁੰਦੀਆਂ ਨੇ ਤੇ ਜੇਕਰ ਇਹਨਾਂ ਨੂੰ ਖਾਧਾ ਜਾਵੇਗਾ ਤੇ ਬੰਦਗੀ ਨਾ ਹੋਏਗੀ, ਗੁਰੂ ਤੋਂ ਬਗੈਰ ਐਸੇ ਧਨ ਨੂੰ ਪਹੁੰਚਾਉਣਾ ਔਖਾ ਹੋ ਜਾਏਗਾ। ਇਹ ਅੰਦਰ ਕੋੜ ਰੋਗ ਪੈਦਾ ਕਰ ਦੇਵੇਗਾ। ਮਹਾਰਾਜ ਕਹਿੰਦੇ ਨੇ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਪਏ ਹੋ, ਤੁਸੀਂ ਅਸਲ ਦੇ ਵਿੱਚ ਮਸੰਦ ਨਹੀਂ ਹੋ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਸੇਵਾ ਵੱਲੇ ਵਿਖੇ ਮਾਤਾ ਮਾਈ ਹਰਹਾਂ ਤੇ ਹੋਰ ਸੰਗਤ ਨੇ ਕੀਤੀ। ਮਾਈਆਂ ਨੇ ਬਹੁਤ ਸੇਵਾ ਕੀਤੀ ਤੇ ਮਹਾਰਾਜ ਜੀ ਦੇ ਬਚਨ ਸਨ। ਸਤਿਗੁਰ ਮਹਾਰਾਜ ਕਹਿੰਦੇ ਨੇ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਉਹਨਾਂ ਨੂੰ ਸਤਿਗੁਰ ਮਹਾਰਾਜ ਨੇ ਇਹ ਵਰ ਦੇ ਕੇ ਨਿਵਾਜਿਆ। ਵੱਲੇ ਨੂੰ ਸਤਿਗੁਰ ਮਹਾਰਾਜ ਕਹਿੰਦੇ ਨੇ ਵੱਲਾ ਗੁਰੂ ਕਾ ਗੱਲਾ। ਇੱਥੋਂ ਫਿਰ ਸਤਿਗੁਰ ਮਹਾਰਾਜ ਵੱਲੇ ਵਿਖੇ 3 ਦਿਨ ਰੁਕਣ ਤੋਂ ਬਾਅਦ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਪਿੰਡ ਘੁੱਕੇ ਵਾਲੀ ਜਾਂਦੇ ਨੇ। ਘੁੱਕੇ ਵਾਲੀ ਜਿਹੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸਥਾਨ ਵੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਉਸ ਅਸਥਾਨ ਦੇ ਉੱਪਰ ਚਰਨ ਪਾਏ। ਅੱਜ ਵੀ ਉੱਥੇ ਬਿਲਕੁਲ ਇੱਕ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਥਾਨ ਤੇ ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਦਾ ਤੇ ਵਿਚਕਾਰ ਅੰਮ੍ਰਿਤ ਸਰੋਵਰ ਜਿਹੜਾ ਹੈ ਉਹ ਸੁਭਾਇਮਾਨ ਹੈ। ਇਸੇ ਜਗ੍ਹਾ ਦੇ ਉੱਤੇ 1922 ਦੇ ਵਿੱਚ ਜਿਹੜਾ ਸੀ ਉਹ ਸਾਕਾ ਵਾਪਰਿਆ ਸੀ। 100 ਸਾਲ ਜਿਹੜੇ ਹੈ ਅਗਲੇ 2022 ਦੇ ਅੰਦਰ 100 ਸਾਲਾ ਇਹ ਸ਼ਹੀਦੀ ਸਾਕਾ ਗੁਰੂ ਕੇ ਬਾਗ ਦਾ ਵੀ ਉੱਥੇ ਮਨਾਇਆ ਜਾਣਾ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਫਿਰ ਘੁੱਕੇ ਵਾਲੀ ਤੋਂ ਹੁੰਦਿਆਂ ਮਹਾਰਾਜ ਖਡੂਰ ਸਾਹਿਬ ਆਉਂਦੇ ਨੇ। ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੰਤਾਨ, ਉਹਨਾਂ ਨੇ ਸਤਿਗੁਰ ਮਹਾਰਾਜ ਜੀ ਦਾ ਸਨਮਾਨ ਕੀਤਾ। ਬਾਬਾ ਮੋਹਰੀ ਚੰਦ ਦੀ ਸੰਤਾਨ ਦਵਾਰਕਾ ਦਾਸ ਸਤਿਗੁਰ ਮਹਾਰਾਜ ਜੀ ਨੂੰ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਲੈ ਕੇ ਜਾਂਦੇ ਹਨ।
ਸਤਿਗੁਰ ਮਹਾਰਾਜ ਪਾਤਸ਼ਾਹ ਗੋਇੰਦਵਾਲ ਕੁਝ ਦਿਨ ਟਿਕਦੇ ਨੇ ਔਰ ਇੱਥੋਂ ਹੀ ਸਤਿਗੁਰ ਮਹਾਰਾਜ ਜੀ ਨੂੰ ਫਿਰ ਮੂਲ ਚੰਦ ਦਾ ਬੇਟਾ ਰਘੂ ਰਾਏ ਜਿਹੜਾ ਹੈ ਸਤਿਗੁਰ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਆਇਆ। ਰਘੂਪਤ ਰਾਏ ਨੇ ਬੇਨਤੀ ਕੀਤੀ ਕਿ ਸਤਿਗੁਰ ਮਹਾਰਾਜ ਸਾਡੇ ਨਗਰ ਚੱਲੋ। ਮਹਾਰਾਜ ਗੋਇੰਦਵਾਲ ਤੋਂ ਫਿਰ ਖੇਮ ਕਰਨ ਜਿਹੜਾ ਹੈ, ਬਿਲਕੁਲ ਅੱਜ ਦਾ ਜਿਹੜਾ ਇੱਥੋਂ ਦੀ ਭੂਗੋਲਿਕ ਅਸੀਂ ਪੰਜਾਬ ਦੀ ਸਥਿਤੀ ਨੂੰ ਦੇਖਦੇ ਹਾਂ ਤੇ ਬਾਰਡਰ ਦਾ ਪਾਕਿਸਤਾਨ ਦੇ ਨਾਲ ਲੱਗਦਾ ਹੋਇਆ ਅਖੀਰਲਾ ਪਿੰਡ ਹੈ ਖੇਮਕਰਨ। ਇਸ ਇਲਾਕੇ ਦੇ ਵਿੱਚ ਸਤਿਗੁਰ ਮਹਾਰਾਜ ਜੀ ਗਏ। ਰਘੂਪਤ ਰਾਏ ਦੇ ਘਰ ਸਤਿਗੁਰ ਮਹਾਰਾਜ ਜੀ ਟਿਕੇ। ਇੱਥੇ ਫਿਰ ਇੱਕ ਸਿੱਖ ਆਉਂਦਾ ਹੈ, ਭਾਈ ਧਿੰਗਾਣਾ ਜੀ। ਭਾਈ ਧਿੰਗਾਣੇ ਨੇ ਬੇਨਤੀ ਸਤਿਗੁਰ ਮਹਾਰਾਜ ਜੀ ਦੇ ਚਰਨਾਂ 'ਚ ਕੀਤੀ। ਸਿੱਖਾਂ ਦਾ ਪਿਆਰ ਗੁਰੂ ਦੇ ਨਾਲ ਕਿੰਨਾ ਹੈ। ਇਤਿਹਾਸ ਦੇ ਵਿੱਚ ਇੱਕ ਘਟਨਾ ਹੈ ਕਿ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਜੋਤੀ ਜੋਤ ਸਮਾਏ ਸੀ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ, ਕਹਿੰਦੇ ਅਸਮਾਨ ਦਾ ਜਿਹੜਾ ਰੰਗ ਸੀ ਨਾ ਉਸ ਵੇਲੇ ਗੁਲਾਬੀ ਹੋ ਚੁੱਕਿਆ ਸੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਜੋਤੀ ਜੋਤ ਸਮਾਏ ਤੇ ਇਸ ਤਰ੍ਹਾਂ ਸੀ ਕਿ ਜਿਵੇਂ ਅਸਮਾਨ ਦੇ ਵਿੱਚ ਵਾਤਾਵਰਣ ਦੇ ਵਿੱਚੋਂ ਕੁਝ ਗਾਉਣ ਦੀ ਆਵਾਜ਼ ਆਉਂਦੀ ਹੋਵੇ। ਸਤਿਗੁਰ ਮਹਾਰਾਜ ਜੀ ਦੀ ਚਿਖਾ ਤਿਆਰ ਹੋਈ। ਸਤਿਗੁਰ ਮਹਾਰਾਜ ਜੀ ਦਾ ਅੰਗੀਠਾ ਤਿਆਰ ਕਰਨ ਤੋਂ ਬਾਅਦ ਜਿਸ ਵੇਲੇ ਅਗਨ ਭੇਟ ਮਹਾਰਾਜ ਜੀ ਨੂੰ ਕੀਤਾ ਗਿਆ ਤੇ ਪਹਾੜੀ ਰਾਜਾ ਰਾਮ ਰਾਏ ਪ੍ਰਤਾਪ ਸਿੰਘ ਜਿਹੜਾ ਸੀ ਉਹਨੇ ਬਲਦੀ ਹੋਈ ਚਿਖਾ ਅੰਗੀਠੇ 'ਚ ਛਾਲ ਮਾਰ ਕੇ ਸਤਿਗੁਰ ਮਹਾਰਾਜ ਜੀ ਦੇ ਨਾਲ ਹੀ ਪ੍ਰਾਣ ਤਿਆਗੇ ਸਨ। ਐਸੇ ਬਹੁਤ ਸਾਰੇ ਸਿੱਖ ਸਨ ਜਿਨ੍ਹਾਂ ਨੇ ਕਿ ਗੁਰੂ ਦੇ ਨਾਲ ਇੰਨਾ ਪ੍ਰੇਮ ਸੀ ਕਿ ਸਤਿਗੁਰ ਮਹਾਰਾਜ ਤੋਂ ਬਾਅਦ ਵਿੱਚ ਜੀਣਾ ਹੀ ਛੱਡ ਦਿੱਤਾ, ਗੁਰੂ ਦੇ ਉੱਤੋਂ ਹੀ ਜੀਵਨ ਨਿਸ਼ਾਵਰ ਕਰ ਦਿੱਤਾ। ਸਤਿਗੁਰੂ ਜੀ ਦੀ ਬਾਣੀ ਦੇ ਬਚਨ ਹਨ, ਜਿਸ ਪਿਆਰੇ ਸਿਓ ਨੇਹੋ ਤਿਸ ਅੱਗੇ ਮਰ ਚੱਲੀਏ, ਕਿ ਜਿੰਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਸੰਸਾਰ ਤੋਂ ਚਲੇ ਜਾਈਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਭਾਈ ਧਿੰਗਾਣੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਮੇਰੀ ਆਪ ਜੀ ਦੇ ਚਰਨਾਂ 'ਚ ਇੱਕ ਹੀ ਬੇਨਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਮੈਂ ਉਸ ਦਿਨ ਦੁਨੀਆ ਤੋਂ ਚਲੇ ਜਾਵਾਂ, ਭਾਵ ਕਿ ਉਸ ਦਿਨ ਮੈਂ ਸਰੀਰ ਨੂੰ ਤਿਆਗ ਦੇਵਾਂ ਜਿੱਦਣ ਆਪ ਜੀ ਇਸ ਸੰਸਾਰ ਤੋਂ ਜਾਣਾ ਹੋਵੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਦੀ ਇੱਛਾ ਨੂੰ ਪੂਰਿਆ ਕੀਤਾ ਔਰ ਮਹਾਰਾਜ ਨੇ ਇਹ ਵੀ ਕਿਹਾ ਸੀ, ਬਿਲਕੁਲ ਭਾਈ ਧਿੰਗਾਣਾ ਇਸੇ ਤਰ੍ਹਾਂ ਹੋਵੇਗਾ, ਜਿੱਦਣ ਅਸੀਂ ਸਰੀਰ ਛੱਡਾਂਗੇ ਉਸੇ ਦਿਨ ਤੁਸੀਂ ਵੀ ਸੰਸਾਰ ਤੋਂ ਜਾਵੋਗੇ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਜਦੋਂ ਸ਼ਹੀਦੀ ਦਿੰਦੇ ਨੇ ਦਿੱਲੀ ਦੇ ਅੰਦਰ 1675 ਦੇ ਅੰਦਰ, ਉਸੇ ਹੀ ਦਿਨ ਭਾਈ ਧਿੰਗਾਣੇ ਨੇ ਜਿਹੜਾ ਸੀ ਸਰੀਰ ਛੱਡਿਆ ਸੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਖੇਮ ਕਰਨ ਤੋਂ ਚੱਲਦਿਆਂ ਹੋਇਆਂ ਪੱਟੀ ਸਰਹਾਲੀ ਤੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਚੋਲੇ ਨਗਰ ਦੇ ਵਿੱਚ ਜਾਂਦੇ ਨੇ। ਇਸੇ ਅਸਥਾਨ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਚੋਲਾ ਉਤਾਰਿਆ ਸੀ ਉਦਾਸੀਆਂ ਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਭਾਈ ਹੀਰਾ ਬਾਡੀ ਦੇ ਘਰ ਜਾ ਕੇ ਬਿਰਾਜੇ। ਫਿਰ ਸਤਿਗੁਰੂ ਮਹਾਰਾਜ ਜੀ ਇਸ ਚੋਲੇ ਨਗਰ ਤੋਂ ਗੋਇੰਦਵਾਲ ਸਾਹਿਬ ਜਾਂਦੇ ਨੇ ਤੇ ਗੋਇੰਦਵਾਲ ਸਤਿਗੁਰੂ ਮਹਾਰਾਜ ਕੁਝ ਦਿਨ ਰੁਕਣ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਸੀ ਇੱਥੋਂ ਫਿਰ ਸੁਲਤਾਨਪੁਰ ਲੋਧੀ ਗਏ। ਸੁਲਤਾਨਪੁਰ ਲੋਧੀ ਦੀ ਉਹ ਪਾਵਨ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਤ ਵੀ ਕੀਤੀ। ਸੁਲਤਾਨਪੁਰ ਲੋਧੀ ਦੀ ਉਹ ਪਾਵਨ ਧਰਤੀ ਹੈ ਜਿੱਥੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ। ਬਰਾਤ ਗ੍ਰਸਤ ਵੀ ਸਤਿਗੁਰ ਮਹਾਰਾਜ ਜੀ ਦਾ ਉੱਥੋਂ ਆਰੰਭ ਹੋਇਆ। ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਬਾਣੀ ਰੂਪ ਦੇ ਵਿੱਚ ਮੂਲ ਮੰਤਰ ਉੱਥੇ ਉਚਾਰਨ ਕੀਤਾ। ਇਸੇ ਹੀ ਧਰਤੀ ਤੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 4 ਉਦਾਸੀਆਂ ਜਿਹੜੀਆਂ ਸੀ ਉਹਨਾਂ ਦੀ ਆਰੰਭਤਾ ਕੀਤੀ। ਪਹਿਲੀ ਉਦਾਸੀ ਜਿਹੜੀ ਸੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਰੰਭ ਕੀਤੀ। ਇੱਥੇ ਹੀ ਸਤਿਗੁਰੂ ਮਹਾਰਾਜ ਜੀ ਨੇ 13 ਵੀ ਤੋਲਿਆ, ਵੇਈ ਦੇ ਵਿੱਚ ਇਸ਼ਨਾਨ ਕਰਨਾ, ਮੂਲ ਮੰਤਰ ਦਾ ਉਚਾਰਨ ਕੀਤਾ। ਜਿਹੜਾ ਉੱਥੋਂ ਦਾ ਨਵਾਬ ਦੌਲਤ ਖਾਂ ਸੀ ਉਹਨੂੰ ਸੱਚੀ ਸੰਗਤ ਕਰਨ ਦਾ ਉਪਦੇਸ਼ ਦਿੱਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਇੱਥੇ ਹੀ ਭਾਈ ਮਨਸੁਖ ਵਰਗੇ ਵੀ ਆਏ। ਇੱਥੇ ਹੀ ਸਤਿਗੁਰੂ ਮਹਾਰਾਜ ਜੀ ਨੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਹੀ ਸੱਚ ਧਰਮ ਸੱਚ ਕਿਰਤ ਦਾ ਉਪਦੇਸ਼ ਦਿੰਦਿਆਂ ਮਹਾਰਾਜ ਜੀ ਦੇ ਗ੍ਰਸਤ ਜੀਵਨ ਦੀ ਪ੍ਰਾਰੰਭਤਾ ਵੀ ਇੱਥੇ ਹੈ। ਤੇ ਦੋਨੋਂ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਦਾ ਵੀ ਜਿਹੜਾ ਜਨਮ ਅਸਥਾਨ ਹੈ ਉਹ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਹੈ। ਇੱਥੋਂ ਤੱਕ ਇਤਿਹਾਸ ਦੀ ਅੱਜ ਸੰਪੂਰਨਤਾ ਹੈ। ਬਾਕੀ ਦੀਆਂ ਵਿਚਾਰਾਂ ਅਗਲੇ ਦੀਵਾਨ ਦੇ ਵਿੱਚ ਬੁਲਾਓ। ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ